ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਪਰ ਵੀਜ਼ਾ ਦੀਆਂ ਨਵੀਆਂ ਸ਼ਰਤਾਂ ਹੋਈਆਂ ਜਾਰੀ। ਆਮਦਨ ਸ਼ਰਤਾਂ ਬਾਰੇ ਆਈ ਜਾਣਕਾਰੀ। ਬਜ਼ੁਰਗਾਂ ਦੀ ਪੈਨਸ਼ਨ ਵਿੱਚ 10% ਦਾ ਵਾਧਾ। ਹੁਣ ਜਾਣੋ ਮਿਲੇਗੀ ਕਿੰਨੀ ਪੈਨਸ਼ਨ। ਪੰਜਾਬੀ ਐਮਪੀ ਦੇ ਟ੍ਰਾਇਲ ਵਿੱਚ ਵਾਧਾ। ਜੂਏ ਦੀ ਲੱਤ ਕਾਰਨ ਦਿੱਤਾ ਸੀ ਅਸਤੀਫਾ। ਇਮੀਗ੍ਰੇਸ਼ਨ ਡਰਾਅ ਬਾਰੇ ਆਈ ਜਾਣਕਾਰੀ। ਜਾਣੋ ਕਿੰਨਿਆਂ ਨੂੰ ਮਿਲਿਆ ਪੱਕੇ ਹੋਣ ਦਾ ਮੌਕਾ। ਸੁਪਰ ਵੀਜ਼ਾ ਨਾਲ ਜੁੜੀਆਂ ਹੋਈਆਂ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਆਂ ਸ਼ਰਤਾਂ ਜਾਰੀ ਕੀਤੀਆਂ ਗਈਆਂ। ਇਹ ਸ਼ਰਤਾਂ ਆਮਦਨ ਨਾਲ ਜੁੜੀਆਂ ਹੋਈਆਂ ਨੇ, ਜਿੱਥੇ ਪਰਿਵਾਰ ਦੀ ਕਿੰਨੀ ਆਮਦਨ ਹੋਣੀ ਚਾਹੀਦੀ ਹੈ ਇਸ ਵਿੱਚ ਵਾਧਾ ਕੀਤਾ ਗਿਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਬਾਰੇ ਡਿਟੇਲ ਸਾਂਝੀ ਕੀਤੀ ਗਈ ਹੈ। ਦੱਸ ਦਈਏ ਕਿ ਪਿਛਲੇ ਦਿਨੀ ਇੱਕ ਬਦਲਾਅ ਕੀਤਾ ਗਿਆ ਸੀ, ਜਿਸ ਮੁਤਾਬਕ ਸੁਪਰ ਵੀਜ਼ਾ ਵਾਲੇ ਹੁਣ ਇੱਕੋ ਵਾਰ ਵਿੱਚ ਹੀ 5 ਸਾਲ ਤੱਕ ਕੈਨੇਡਾ ਰਹਿ ਸਕਦੇ ਨੇ। ਸੁਪਰ ਵੀਜ਼ਾ ਵਾਸਤੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਵਾਸਤੇ 2022 ਦੀਆਂ ਸ਼ਰਤਾਂ ਜਾਰੀ ਕੀਤੀਆਂ ਗਈਆਂ ਨੇ। ਇਹ ਸ਼ਰਤਾਂ ਆਮਦਨ ਦੇ ਨਾਲ ਜੁੜੀਆਂ ਹੋਈਆਂ ਹਨ। ਜੀ ਹਾਂ, ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਸੁਪਰ ਵੀਜ਼ਾ ਲਈ ਆਮਦਨ ਸ਼ਰਤਾਂ ਵਿੱਚ ਵਾਧਾ ਕੀਤਾ ਗਿਆ। ਸਾਲ 2022 ਵਾਸਤੇ ਨਵੀਆਂ ਆਮਦਨ ਸ਼ਰਤਾਂ ਹੁਣ ਜਾਰੀ ਕਰ ਦਿੱਤੀਆਂ ਗਈਆਂ ਨੇ। ਜ਼ਿਕਰਯੋਗ ਹੈ ਕਿ ਸੁਪਰ ਵੀਜ਼ਾ ਅਪਲਾਈ ਕਰਨ ਵਾਸਤੇ ਸਪਾਂਸਰ ਕਰਨ ਵਾਲਿਆਂ ਲਈ ਸਾਲਾਨਾ ਆਮਦਨ ਦੀ ਸ਼ਰਤ ਹੁੰਦੀ ਹੈ, ਜੋ ਕਿ ਪਰਿਵਾਰਕ ਮੈਂਬਰਾਂ ਦੀ ਗਿਣਤੀ ਤੇ ਨਿਰਭਰ ਕਰਦੀ ਹੈ। ਇਮੀਗ੍ਰੇਸ਼ਨ ਵਿਭਾਗ ਵੱਲੋਂ ਸਾਲ 2022 ਲਈ ਆਮਦਨ ਸ਼ਰਤਾਂ ਜਾਰੀ ਕੀਤੀਆਂ ਗਈਆਂ। ਇਸ ਸੂਚੀ ਮੁਤਾਬਕ 4 ਵਿਅਕਤੀਆਂ ਦੇ ਪਰਿਵਾਰ ਲਈ 2022 ਦੀ ਆਮਦਨ $49,466 ਹੋਣੀ ਚਾਹੀਦੀ ਹੈ। 2021 ਦੌਰਾਨ ਇਹ ਆਮਦਨ $48,167 ਸੀ। ਪਰਿਵਾਰ ਦੇ ਕੁੱਲ 7 ਮੈਂਬਰ ਹੋਣ ਦੀ ਸੂਰਤ ਵਿੱਚ ਇਹ ਆਮਦਨ $70,448 ਹੋਣੀ ਚਾਹੀਦੀ ਹੈ, ਜੋ ਕਿ ਇਸ ਤੋਂ ਬਾਅਦ ਪ੍ਰਤੀ ਮੈਂਬਰ $7,172 ਜੁੜਦੇ ਰਹਿਣਗੇ। ਦੱਸ ਦਈਏ ਕਿ ਸੁਪਰ ਵੀਜ਼ਾ ਵਿੱਚ ਆਮਦਨ ਦੀ ਸ਼ਰਤ ਦਾ ਮੁੱਦਾ ਕੈਨੇਡਾ ਵਿੱਚ ਲਗਾਤਾਰ ਚਰਚਾ ਅੰਦਰ ਰਹਿੰਦਾ ਹੈ। ਓਨਟਾਰੀਓ ਤੋਂ ਕੰਜ਼ਰਵੇਟਿਵ ਐਮਪੀ ਵੱਲੋਂ ਸੁਪਰ ਵੀਜ਼ਾ ਦੀਆਂ ਸ਼ਰਤਾਂ ਨੂੰ ਨਰਮ ਕਰਨ ਸੰਬੰਧੀ ਪ੍ਰਾਈਵੇਟ ਮੈਂਬਰ ਬਿੱਲ C242 ਲਿਆਂਦਾ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸੁਪਰ ਵੀਜ਼ਾ ਵਾਸਤੇ ਫੈਡਰਲ ਸਰਕਾਰ ਵੱਲੋਂ ਪਿਛਲੇ ਦਿਨੀ ਇੱਕ ਵੱਡੀ ਰਾਹਤ ਵੀ ਦਿੱਤੀ ਗਈ, ਜਿੱਥੇ ਮਾਂ-ਬਾਪ ਨੂੰ 5 ਸਾਲ ਤੱਕ ਕੈਨੇਡਾ ਰਹਿਣ ਦਾ ਮੌਕਾ ਦਿੱਤਾ ਗਿਆ, ਜਿਸ ਦਾ ਮਤਲਬ ਹੈ ਕਿ ਸੁਪਰ ਵੀਜ਼ਾ ਵਾਲੇ ਇੱਕੋ ਵਾਰ ਕੈਨੇਡਾ ਆ ਕੇ ਲਗਾਤਾਰ 5 ਸਾਲ ਲਈ ਕੈਨੇਡਾ ਵਿੱਚ ਰਹਿ ਸਕਣਗੇ। ਮੌਜੂਦਾ ਸਮੇਂ ਜਿਹੜੇ ਕੈਨੇਡਾ ਵਿੱਚ ਸੁਪਰ ਵੀਜ਼ਾ ਤੇ ਆਏ ਹੋਏ ਹਨ, ਉਹ ਤਾਂ ਕੈਨੇਡਾ ਵਿੱਚ 7 ਸਾਲ ਵੀ ਰਹਿ ਸਕਦੇ ਹਨ। ਉਹ ਆਪਣੀ ਸਟੇ ਦੇ ਵਿੱਚ ਵਾਧੇ ਕਰਨ ਦੇ ਲਈ ਅਪਲਾਈ ਕਰ ਸਕਦੇ ਨੇ। ਬਜ਼ੁਰਗਾਂ ਨੂੰ ਮਿਲਣ ਵਾਲੀ ਪੈਨਸ਼ਨ ਦੇ ਵਿੱਚ ਵਾਧਾ ਕੀਤਾ ਗਿਆ। ਪੈਨਸ਼ਨ ਦੇ ਵਿੱਚ 10% ਦੀ ਵਾਧਾ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਬਜ਼ੁਰਗਾਂ ਵੱਲੋਂ ਇਸ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਗਈ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਚੋਣ ਕੈਂਪੇਨ ਦੌਰਾਨ ਪੈਨਸ਼ਨ ਵਿੱਚ ਵਾਧੇ ਦਾ ਜ਼ਿਕਰ ਕੀਤਾ ਗਿਆ ਸੀ। ਬਜ਼ੁਰਗਾਂ ਦੀ ਪੈਨਸ਼ਨ ਨੂੰ ਲੈ ਕੇ ਕੈਨੇਡਾ ਸਰਕਾਰ ਵੱਲੋਂ ਵੱਡਾ ਫੈਸਲਾ ਕੀਤਾ ਗਿਆ। ਕੈਨੇਡਾ ਸਰਕਾਰ ਵੱਲੋਂ 75 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਪੈਨਸ਼ਨ ਵਿੱਚ 10% ਦਾ ਵਾਧਾ ਕੀਤਾ ਗਿਆ, ਜਿਸ ਤੋਂ ਬਾਅਦ ਬਜ਼ੁਰਗਾਂ ਵੱਲੋਂ ਇਸ ਨੂੰ ਲੈ ਕੇ ਮਿਲੀ ਜੁਲੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਜੀ ਹਾਂ, ਕੈਨੇਡਾ ਸਰਕਾਰ ਵੱਲੋਂ ਕਿਹਾ ਗਿਆ ਕਿ 75 ਸਾਲ ਤੋਂ ਵੱਡੀ ਉਮਰ ਦੇ ਵਿਅਕਤੀਆਂ ਦੀ 올ਡ ਏਜ ਸਿਕਿਉਰਿਟੀ ਪੈਨਸ਼ਨ ਹੁਣ ਵਧਾਈ ਜਾ ਰਹੀ ਹੈ। ਸਰਕਾਰ ਦੇ ਐਲਾਨ ਮੁਤਾਬਕ ਬਜ਼ੁਰਗਾਂ ਨੂੰ ਹੁਣ 10% ਵਧੇਰੇ ਪੈਨਸ਼ਨ ਮਿਲੇਗੀ ਤੇ ਪੂਰੇ ਦੇਸ਼ ਵਿੱਚ 3.3 ਮਿਲੀਅਨ ਬਜ਼ੁਰਗ ਇਸ ਦਾ ਫਾਇਦਾ ਲੈ ਸਕਣਗੇ। ਦੱਸ ਦਈਏ ਕਿ ਕੈਨੇਡਾ ਵਿੱਚ 65 ਸਾਲ ਤੋਂ ਵੱਡੀ ਉਮਰ ਦੇ ਵਿਅਕਤੀਆਂ ਨੂੰ ਮਹੀਨਾਵਾਰ 올ਡ ਏਜ ਸਿਕਿਉਰਿਟੀ ਪੈਨਸ਼ਨ ਮਿਲਦੀ ਹੈ, ਜੋ ਕਿ ਪੂਰੀ ਪੈਨਸ਼ਨ ਦਾ ਇੱਕ ਹਿੱਸਾ ਹੈ। ਬਜ਼ੁਰਗਾਂ ਨੂੰ ਇਸ ਆਮਦਨ ਤੇ ਟੈਕਸ ਵੀ ਭਰਨਾ ਪੈਂਦਾ ਹੈ। ਲਿਬਰਲ ਪਾਰਟੀ ਵੱਲੋਂ ਆਪਣੇ ਇਲੈਕਸ਼ਨ ਪਲੇਟਫਾਰਮ ਵਿੱਚ 올ਡ ਏਜ ਸਿਕਿਉਰਿਟੀ ਵਧਾਉਣ ਦਾ ਵਾਅਦਾ ਕੀਤਾ ਗਿਆ ਸੀ। ਕੈਨੇਡਾ ਸਰਕਾਰ ਵੱਲੋਂ ਹੁਣ ਇਸ ਵਾਅਦੇ ਨੂੰ ਪੂਰਾ ਕੀਤਾ ਹੈ ਤੇ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਸਰਕਾਰੀ ਅੰਕੜਿਆਂ ਮੁਤਾਬਕ ਸਾਲ 2020 ਦੌਰਾਨ 75 ਸਾਲ ਤੋਂ ਵੱਡੀ ਉਮਰ ਦੇ 올ਡ ਏਜ ਸਿਕਿਉਰਿਟੀ ਹਾਸਲ ਕਰਨ ਵਾਲੇ ਵਿਅਕਤੀਆਂ ਵਿੱਚੋਂ 57% ਦੀ ਗਿਣਤੀ ਔਰਤਾਂ ਦੀ ਸੀ। ਇਨ੍ਹਾਂ ਅੰਕੜਿਆਂ ਮੁਤਾਬਕ ਸਾਲ 2018 ਦੌਰਾਨ 75 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ ਜੋ ਕਿ 올ਡ ਏਜ ਸਿਕਿਉਰਿਟੀ ਹਾਸਲ ਕਰ ਰਹੇ ਹਨ, ਉਹਨਾਂ ਵਿੱਚੋਂ 59% ਦੀ ਆਮਦਨ $30,000 ਤੋਂ ਘੱਟ ਸੀ। ਹੁਣ ਜੋ ਸਰਕਾਰ ਵੱਲੋਂ ਐਲਾਨ ਕੀਤਾ ਗਿਆ, ਉਸ ਤਹਿਤ ਕਿੰਨੀ 올ਡ ਏਜ ਸਿਕਿਉਰਿਟੀ ਮਿਲੇਗੀ ਤੁਹਾਨੂੰ ਦੱਸਦੇ ਹਾਂ। ਸਰਕਾਰ ਦੀ ਵੈਬਸਾਈਟ ਮੁਤਾਬਕ 75 ਸਾਲ ਤੋਂ ਵੱਡੀ ਉਮਰ ਦੇ ਬਜ਼ੁਰਗਾਂ ਨੂੰ ਵਧੀ ਹੋਈ 올ਡ ਏਜ ਸਿਕਿਉਰਿਟੀ ਦੀ ਮਹੀਨਾਵਾਰ ਕਿਸ਼ਤ $733.51 ਮਿਲਦੀ ਹੈ। ਇਸ ਤਰ੍ਹਾਂ 65 ਤੋਂ 74 ਸਾਲ ਦੀ ਉਮਰ ਦੇ ਬਜ਼ੁਰਗਾਂ ਦੀ ਮਹੀਨਾਵਾਰ 올ਡ ਏਜ ਸਿਕਿਉਰਿਟੀ $666.83 ਹੋਵੇਗੀ।
ਹੁਣ ਸਰਕਾਰ ਵੱਲੋਂ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਉਸ ਤੋਂ ਬਾਅਦ ਮਿਲੀ ਜੁਲੀ ਪ੍ਰਤੀਕਿਰਿਆ ਆ ਰਹੀ ਹੈ। ਕੈਨੇਡਾ ਵਿੱਚ ਬਜ਼ੁਰਗਾਂ ਵੱਲੋਂ ਇਸ ਵਾਅਦੇ ਨੂੰ ਲੈ ਕੇ ਰਲੀ ਮਿਲੀ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਪੰਜਾਬੀ ਮੂਲ ਦੇ ਮੈਂਬਰ ਪਾਰਲੀਮੈਂਟ ਦੇ ਉੱਪਰ ਜੋ ਟ੍ਰਾਇਲ ਚਲਾਇਆ ਜਾ ਰਿਹਾ ਉਸ ਟ੍ਰਾਇਲ ਵਿੱਚ ਵਾਅਦਾ ਕੀਤਾ ਗਿਆ। ਦਰਅਸਲ ਇਹ ਜਾਣਕਾਰੀ ਰਾਜ ਗਰੇਵਾਲ ਦੇ ਨਾਲ ਜੁੜੀ ਹੋਈ ਹੈ, ਜਿਨ੍ਹਾਂ ਉੱਪਰ ਜੂਏ ਦੇ ਇਲਜ਼ਾਮ ਲੱਗੇ ਸਨ। ਉਹਨਾਂ ਵੱਲੋਂ ਕਈਆਂ ਕੋਲੋਂ ਲੋਨ ਲਿਆ ਗਿਆ, ਜਿਨ੍ਹਾਂ ਵੱਲੋਂ ਕੋਰਟ ਦੇ ਵਿੱਚ ਗਵਾਹੀ ਵੀ ਦਿੱਤੀ ਗਈ। ਰਾਜ ਗਰੇਵਾਲ ਵੱਲੋਂ ਇਸ ਗੱਲ ਦੇ ਉੱਪਰ ਜਦੋਂ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਤਾਂ ਆਪਣੇ ਅਹੁਦੇ ਤੋਂ ਅਸਤੀਫਾ ਵੀ ਦਿੱਤਾ ਗਿਆ ਸੀ। ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਦੇ ਟ੍ਰਾਇਲ ਵਿੱਚ ਵਾਅਦਾ ਕੀਤਾ ਗਿਆ। 2015 ਦੌਰਾਨ ਗਰੇਵਾਲ ਚੁਣੇ ਗਏ ਸਨ ਅਤੇ ਜੂਏ ਦੀ ਲੱਤ ਕਾਰਨ ਉਹਨਾਂ ਵੱਲੋਂ ਅਸਤੀਫਾ ਦਿੱਤਾ ਗਿਆ। ਜੀ ਹਾਂ, ਆਪਣੀ ਸਿਆਸੀ ਅਹੁਦੇ ਦੀ ਵਰਤੋਂ ਕਰ ਵਿੱਤੀ ਲਾਭ ਲੈਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਸਾਬਕਾ ਲਿਬਰਲ ਐਮਪੀ ਰਾਜ ਗਰੇਵਾਲ ਦੇ ਟ੍ਰਾਇਲ ਵਿੱਚ ਵਾਅਦਾ ਕੀਤਾ ਗਿਆ। ਗਰੇਵਾਲ ਉੱਪਰ ਆਪਣੀ ਟਰਮ ਦੌਰਾਨ ਜੂਏ ਕਾਰਨ ਚੜੇ ਕਰਜ਼ੇ ਨੂੰ ਉਤਾਰਨ ਦੇ ਲਈ ਲਏ ਗਏ ਲੋਨ ਦੀ ਜਾਣਕਾਰੀ ਐਥਿਕਸ ਕਮਿਸ਼ਨ ਤੋਂ ਛੁਪਾਉਣ ਦੇ ਦੋਸ਼ ਹਨ। ਹਾਲਾਂਕਿ ਮੁਕੱਦਮਾ ਇਸ ਮਹੀਨੇ ਦੇ ਅੰਤ ਤੱਕ ਖਤਮ ਹੋਣਾ ਸੀ, ਪਰ ਹੁਣ ਅਗਲੀ ਸੁਣਵਾਈ ਨਵੰਬਰ ਦੇ ਵਿੱਚ ਹੋਣ ਜਾ ਰਹੀ ਹੈ। ਦੱਸਣਯੋਗ ਹੈ ਕਿ ਰਾਜ ਗਰੇਵਾਲ ਬਰੈਂਪਟਨ ਈਸਟ ਰਾਈਡਿੰਗ ਤੋਂ 2015 ਦੌਰਾਨ ਐਮਪੀ ਚੁਣੇ ਗਏ ਸਨ। ਇੱਕ ਮੁੱਖ ਗਵਾਹ ਨੇ ਪਿਛਲੇ ਹਫ਼ਤੇ ਓਨਟਾਰੀਓ ਦੀ ਇੱਕ ਅਦਾਲਤ ਨੂੰ ਦੱਸਿਆ ਕਿ ਉਸਨੇ ਭਾਰਤ ਵਿੱਚ ਟਰੂਡੋ ਨਾਲ ਇੱਕ ਮੁਲਾਕਾਤ ਤੋਂ ਪਹਿਲਾਂ ਗਰੇਵਾਲ ਨੂੰ $2 ਲੱਖ ਦਾ ਕਰਜ਼ਾ ਦਿੱਤਾ ਸੀ। ਯੂਸਫ ਵੱਲੋਂ ਗਵਾਹੀ ਵਿੱਚ ਕਿਹਾ ਗਿਆ ਕਿ ਲਿਬਰਲ ਪਾਰਟੀ ਦੇ ਮੈਂਬਰ ਹੋਣ ਦੇ ਨਾਤੇ ਉਸ ਨੂੰ ਲਿਬਰਲ ਅਧਿਕਾਰੀਆਂ ਤੱਕ ਪਹੁੰਚਣ ਵਿੱਚ ਗਰੇਵਾਲ ਦੀ ਮਦਦ ਦੀ ਲੋੜ ਸੀ। ਜ਼ਿਕਰਯੋਗ ਹੈ ਕਿ ਇਸ ਮੁਕੱਦਮੇ ਦੌਰਾਨ ਅਦਾਲਤ ਵਿੱਚ ਬਹੁਤ ਸਾਰੇ ਗਵਾਹਾਂ ਨੇ ਗਵਾਹੀ ਦਿੱਤੀ ਕਿ ਗਰੇਵਾਲ ਨੇ ਐਮਪੀ ਹੁੰਦੇ ਹੋਏ ਉਹਨਾਂ ਤੋਂ ਲੋਨ ਦੀ ਮੰਗ ਕੀਤੀ ਸੀ। ਯੂਸਫ ਅਤੇ ਹੋਰ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੇ ਵੱਡੀ ਰਕਮ ਵਿੱਚ ਉਹਨਾਂ ਦੀ ਵਿੱਤੀ ਮਦਦ ਕੀਤੀ ਕਿਉਂਕਿ ਉਹ ਗਰੇਵਾਲ ਤੇ ਭਰੋਸਾ ਕਰਦੇ ਸਨ ਤੇ ਉਸ ਨੂੰ ਆਪਣਾ ਦੋਸਤ ਮੰਨਦੇ ਸਨ। ਓਨਟਾਰੀਓ ਦੇ ਇੱਕ ਹੋਰ ਕਾਰੋਬਾਰੀ ਨੇ ਗਵਾਹੀ ਦਿੱਤੀ ਕਿ ਉਸ ਦੇ ਭਾਈਚਾਰੇ ਵਿੱਚ ਇਸ ਤਰ੍ਹਾਂ ਇੱਕ ਦੂਜੇ ਦੀ ਮਦਦ ਕਰਨਾ ਆਮ ਹੈ। ਦੋਹਾਂ ਗਵਾਹਾਂ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਸੀ ਕਿ ਗਰੇਵਾਲ ਨੂੰ ਜੂਏ ਦੀ ਲੱਤ ਹੈ, ਜਿਸ ਕਾਰਨ ਉਹਨਾਂ ਨੂੰ ਪੈਸਿਆਂ ਦੀ ਜ਼ਰੂਰਤ ਹੈ। ਗਰੇਵਾਲ ਨੇ 2018 ਦੇ ਅੰਤ ਵਿੱਚ ਆਪਣੀ ਜੂਏ ਦੀ ਲੱਤ ਦੇ ਜਨਤਕ ਹੋਣ ਤੋਂ ਬਾਅਦ ਲਿਬਰਲ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਉਸਨੇ 2019 ਦੌਰਾਨ ਚੋਣ ਨਹੀਂ ਲੜੀ। ਅਸਤੀਫਾ ਦਿੰਦਿਆਂ ਗਰੇਵਾਲ ਨੇ ਕਿਹਾ ਸੀ ਕਿ ਉਹ ਜੂਏ ਦੀ ਲੱਤ ਤੋਂ ਹੁਣ ਹਟਣਾ ਚਾਹੁੰਦੇ ਹਨ। ਗਰੇਵਾਲ ਨੇ ਕਿਹਾ ਸੀ ਕਿ ਉਸਨੇ ਸਿਰਫ ਦੋਸਤਾਂ ਤੇ ਪਰਿਵਾਰਾਂ ਤੋਂ ਕਰਜ਼ਾ ਲਿਆ ਸੀ ਤੇ ਉਸਨੇ ਆਪਣੇ ਸਾਰੇ ਕਰਜ਼ੇ ਅਦਾ ਕਰ ਦਿੱਤੇ ਨੇ। ਇਮੀਗ੍ਰੇਸ਼ਨ ਦੇ ਜਿਹੜੇ ਵੱਡੇ ਡਰਾਅ ਕੱਢੇ ਗਏ ਉਹਨਾਂ ਬਾਰੇ ਹੁਣ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਹੁਣ ਤੱਕ ਇਹਨਾਂ ਫੈਡਰਲ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦੇ ਵਿੱਚ ਕੁੱਲ ਕਿੰਨੇ ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਨੇ। IRCC ਵੱਲੋਂ ਇਸ ਬਾਰੇ ਡਿਟੇਲ ਜਾਰੀ ਕੀਤੀ ਗਈ ਹੈ। IRCC ਵੱਲੋਂ ਫੈਡਰਲ ਸਕਿਲਡ ਵਰਕਰ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦੇ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕਿੰਨੇ ਉਮੀਦਵਾਰਾਂ ਨੂੰ ਸਾਰੇ ਪ੍ਰੋਗਰਾਮ ਤਹਿਤ ਸੱਦੇ ਜਾਰੀ ਕੀਤੇ ਗਏ ਹਨ। ਦੱਸੀਏ ਕਿ ਹਾਲ ਹੀ ਵਿੱਚ ਫੈਡਰਲ ਸਰਕਾਰ ਵੱਲੋਂ ਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਮੁੜ ਤੋਂ ਐਲਾਨ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ। ਪਹਿਲਾ ਡਰਾਅ 6 ਜੁਲਾਈ ਨੂੰ ਕੱਢਿਆ ਗਿਆ, ਜਿੱਥੇ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਕੁਝ ਸਮੇਂ ਦੀ ਰੋਕ ਬਾਅਦ ਦੁਬਾਰਾ ਤੋਂ ਡਰਾਅ ਦਾ ਐਲਾਨ ਕੀਤਾ। ਕੁੱਲ ਮਿਲਾ ਕੇ ਇਸ ਵਿੱਚ 1500 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ ਤੇ ਇਹਨਾਂ ਉਮੀਦਵਾਰਾਂ ਕੋਲ 557 ਸਕੋਰਸ ਹੋਣੇ ਜ਼ਰੂਰੀ ਰਹੇ। PNP ਡਰਾਅ ਤਹਿਤ 6 ਜੁਲਾਈ ਦੌਰਾਨ 700 ਸੱਦੇ ਜਾਰੀ ਕੀਤੇ ਗਏ। CRS ਸਕੋਰ 557 ਜ਼ਰੂਰੀ ਸਨ। 20 ਜੁਲਾਈ ਨੂੰ 764 ਉਮੀਦਵਾਰਾਂ ਨੂੰ ਸੱਦੇ ਮਿਲੇ ਤੇ CRS ਸਕੋਰ 542 ਦੀ ਜ਼ਰੂਰਤ ਸੀ। ਕੁੱਲ ਮਿਲਾ ਕੇ 1464 ਉਮੀਦਵਾਰਾਂ ਦੀ ਕਿਸਮਤ ਜਾਗੀ। ਕੈਨੇਡੀਅਨ ਐਕਸਪੀਰੀਅੰਸ ਕਲਾਸ ਤਹਿਤ 6 ਜੁਲਾਈ ਨੂੰ 595 ਸੱਦੇ ਜਾਰੀ ਕੀਤੇ ਗਏ। CRS ਸਕੋਰ 557 ਚਾਹੀਦਾ ਸੀ। 20 ਜੁਲਾਈ ਨੂੰ 569 ਉਮੀਦਵਾਰਾਂ ਨੂੰ ਇਨਵੀਟੇਸ਼ਨ ਮਿਲੇ ਤੇ ਉਹਨਾਂ ਨੂੰ 542 CRS ਸਕੋਰਸ ਦੀ ਜ਼ਰੂਰਤ ਸੀ। ਕੁੱਲ ਮਿਲਾ ਕੇ 1164 ਉਮੀਦਵਾਰਾਂ ਦੀ ਕਿਸਮਤ ਜਾਗੀ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਤਹਿਤ 6 ਜੁਲਾਈ ਨੂੰ 205, 20 ਜੁਲਾਈ ਨੂੰ 417 ਤੇ ਕੁੱਲ 622 ਇਨਵੀਟੇਸ਼ਨ ਦਿੱਤੇ ਗਏ। ਐਕਸਪ੍ਰੈਸ ਐਂਟਰੀ ਦੇ ਇਹਨਾਂ ਪ੍ਰੋਗਰਾਮ ਵਿੱਚ 6 ਜੁਲਾਈ ਦੌਰਾਨ 1500 ਉਮੀਦਵਾਰਾਂ ਨੂੰ, 20 ਜੁਲਾਈ ਨੂੰ 1750 ਉਮੀਦਵਾਰਾਂ ਨੂੰ ਸੱਦੇ ਜਾਰੀ ਕੀਤੇ ਗਏ। ਕੁੱਲ ਮਿਲਾ ਕੇ 3250 ਉਮੀਦਵਾਰਾਂ ਨੂੰ ਇਨਵੀਟੇਸ਼ਨ ਹਾਸਿਲ ਹੋ ਚੁੱਕੇ ਹਨ। ਦੱਸ ਦਈਏ ਕਿ ਪੈਂਡੈਮਿਕ ਦੌਰਾਨ ਜਿਹੜੇ ਵੱਡੇ ਡਰਾਅ ਹਨ ਉਹਨਾਂ ਉੱਪਰ ਇਮੀਗ੍ਰੇਸ਼ਨ ਵਿਭਾਗ ਵੱਲੋਂ ਰੋਕ ਲਗਾ ਦਿੱਤੀ ਗਈ ਸੀ। ਫਿਰ ਇਮੀਗ੍ਰੇਸ਼ਨ ਮੰਤਰੀ ਵੱਲੋਂ ਜਾਣਕਾਰੀ ਦਿੱਤੀ ਗਈ ਕਿ 6 ਜੁਲਾਈ ਤੋਂ ਮੁੜ ਇਹ ਵੱਡੇ ਡਰਾਅ ਐਲਾਨ ਕਰਨ ਦੀ ਸ਼ੁਰੂਆਤ ਕੀਤੀ ਜਾਏਗੀ ਤੇ ਅਜਿਹਾ ਹੁੰਦਾ ਹੋਇਆ ਦਿਖਾਈ ਦਿੱਤਾ। ਪੌਪ ਫ੍ਰਾਂਸਿਸ ਕੈਨੇਡਾ ਦੌਰੇ ਤੇ ਆਏ ਹੋਏ ਹਨ ਤੇ ਉਹਨਾਂ ਵੱਲੋਂ ਇਸ ਮੌਕੇ ਖਾਸ ਸੁਨੇਹਾ ਦਿੱਤਾ ਗਿਆ।
ਹਜ਼ਾਰਾਂ ਦੀ ਗਿਣਤੀ ਵਿੱਚ ਭੀੜ ਪੌਪ ਨੂੰ ਵੇਖਣ ਵਾਸਤੇ ਪਹੁੰਚੀ ਹੋਈ ਸੀ, ਜਿਨ੍ਹਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਨੇ ਕਿਹਾ ਕਿ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਪੌਪ ਫ੍ਰਾਂਸਿਸ ਵੱਲੋਂ ਜਨਤਕ ਸੰਬੋਧਨ ਦੌਰਾਨ ਲੋਕਾਂ ਨੂੰ ਇੱਕ ਖਾਸ ਸੁਨੇਹਾ ਦਿੱਤਾ ਗਿਆ। ਪੌਪ ਫ੍ਰਾਂਸਿਸ ਨੇ ਲੋਕਾਂ ਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨ ਵਾਸਤੇ ਕਿਹਾ ਹੈ। ਦੱਸਿਏ ਕਿ ਐਡਮਿੰਟਨ ਵਿੱਚ ਪੌਪ ਪਹੁੰਚੇ ਹੋਏ ਸਨ, ਜਿੱਥੇ ਉਹਨਾਂ ਨੂੰ ਵੇਖਣ ਵਾਸਤੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਇਕੱਠੇ ਹੋਏ। ਜੀ ਹਾਂ, ਆਪਣੇ ਕੈਨੇਡਾ ਦੌਰੇ ਦੇ ਤੀਸਰੇ ਦਿਨ ਪੌਪ ਫ੍ਰਾਂਸਿਸ ਨੇ ਐਡਮਿੰਟਨ ਦੇ ਕਾਮਨਵੈਲਥ ਸਟੇਡੀਅਮ ਵਿੱਚ ਹਜ਼ਾਰਾਂ ਲੋਕਾਂ ਨੂੰ ਸੰਬੋਧਨ ਕੀਤਾ, ਜਿੱਥੇ ਉਹਨਾਂ ਨੂੰ ਦੇਖਣ ਵਾਸਤੇ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸਨ। ਪੌਪ ਨੇ ਆਪਣੇ ਭਾਸ਼ਣ ਵਿੱਚ ਮਾਂ-ਬਾਪ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਮਹੱਤਤਾ ਦਾ ਜ਼ਿਕਰ ਕੀਤਾ। ਪੌਪ ਨੇ ਕਿਹਾ ਕਿ ਜਿਹੜੇ ਸਾਡੇ ਤੋਂ ਪਹਿਲਾਂ ਆਏ ਹਨ, ਉਹ ਸਾਨੂੰ ਇੱਕ ਜਨੂੰਨ, ਇੱਕ ਤਾਕਤ ਅਤੇ ਇੱਕ ਤਾਂਘ ਦੇ ਕੇ ਗਏ ਹਨ। ਦੱਸਦੀਏ ਕਿ ਆਪਣੇ ਸੰਬੋਧਨ ਵਿੱਚ ਪੌਪ ਨੇ ਵਾਰ-ਵਾਰ ਬਜ਼ੁਰਗਾਂ ਦੀ ਕਦਰ ਕੀਮਤ ਦਾ ਹਵਾਲਾ ਦਿੱਤਾ ਅਤੇ ਕਿਹਾ ਕਿ ਕਿਵੇਂ ਇਸ ਖਜ਼ਾਨੇ ਨੂੰ ਸਾਨੂੰ ਸੰਭਾਲਣਾ ਚਾਹੀਦਾ ਹੈ। ਪੌਪ ਨੇ ਕਿਹਾ ਕਿ ਉਹਨਾਂ ਨੇ ਸਾਨੂੰ ਕੁਝ ਅਜਿਹਾ ਦਿੱਤਾ ਹੈ ਜੋ ਸਾਡੇ ਤੋਂ ਕਦੇ ਨਹੀਂ ਲਿਆ ਜਾ ਸਕਦਾ ਅਤੇ ਇਹ ਸਾਨੂੰ ਵਿਲੱਖਣ, ਅਸਲੀ ਅਤੇ ਆਜ਼ਾਦ ਹੋਣ ਦੀ ਇਜਾਜ਼ਤ ਦਿੰਦਾ ਹੈ। ਜ਼ਿਕਰਯੋਗ ਹੈ ਕਿ ਪੌਪ ਵੱਲੋਂ ਮੁਆਫੀ ਮੰਗੀ ਗਈ, ਜੋ ਕਿ ਇੱਕ ਇਤਿਹਾਸਕ ਪਲ ਸਾਬਤ ਹੋਇਆ। 6 ਦਿਨਾਂ ਦੇ ਕੈਨੇਡਾ ਦੌਰੇ ਤੇ ਆਏ ਪੌਪ ਨੇ ਸੋਮਵਾਰ ਨੂੰ ਐਲਬਰਟਾ ਤੇ ਮਾਸਕਵੈਸਸ ਵਿਖੇ ਸੰਬੋਧਨ ਕਰਦਿਆਂ ਰੈਜ਼ੀਡੈਂਸ਼ੀਅਲ ਸਕੂਲ ਪ੍ਰੋਸੈਸ ਦੀਆਂ ਜਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਸਨ, ਉਹਨਾਂ ਸੰਬੰਧ ਵਿੱਚ ਲੋਕਾਂ ਤੋਂ ਮੁਆਫੀ ਮੰਗੀ। ਉਹਨਾਂ ਕਿਹਾ ਕਿ ਮੂਲ ਨਿਵਾਸੀ ਬੱਚਿਆਂ ਨੂੰ ਜ਼ਬਰਦਸਤੀ ਇਹਨਾਂ ਸਕੂਲਾਂ ਵਿੱਚ ਦਾਖਲ ਕਰਕੇ ਈਸਾਈ ਸਮਾਜ ਵਿੱਚ ਸ਼ਾਮਲ ਕਰਨਾ ਮੂਲ ਨਿਵਾਸੀ ਪਰਿਵਾਰ ਅਤੇ ਉਹਨਾਂ ਦੀਆਂ ਕਦਰਾਂ ਕੀਮਤਾਂ ਵਾਸਤੇ ਗਲਤ ਸੀ। ਦੱਸਣਯੋਗ ਹੈ ਕਿ ਕਾਫੀ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਪੌਪ ਨੂੰ ਹੁਣ ਮੁਆਫੀ ਮੰਗਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ। ਉਸ ਤੋਂ ਬਾਅਦ ਜਦੋਂ ਪਤਾ ਚੱਲਿਆ ਕਿ ਪੌਪ ਫ੍ਰਾਂਸਿਸ ਕੈਨੇਡਾ ਦੌਰੇ ਤੇ ਆ ਰਹੇ ਨੇ, ਤਾਂ ਇੰਡੀਜੀਨਸ ਕਮਿਊਨਿਟੀ ਵੱਲੋਂ ਵੀ ਉਮੀਦ ਜਤਾਈ ਜਾ ਰਹੀ ਸੀ ਕਿ ਉਹ ਇੱਥੇ ਆ ਕੇ ਮੁਆਫੀ ਮੰਗਣਗੇ ਤੇ ਅਜਿਹਾ ਹੀ ਹੋਇਆ। ਕੈਨੇਡਾ ਪਹੁੰਚ ਕੇ ਪੌਪ ਫ੍ਰਾਂਸਿਸ ਵੱਲੋਂ ਮੁਆਫੀ ਮੰਗੀ ਗਈ। 2 ਸਾਲ ਬਾਅਦ ਐਗਜ਼ੀਬਿਸ਼ਨ ਲੱਗਣ ਜਾ ਰਿਹਾ ਹੈ। ਨੈਸ਼ਨਲ ਐਗਜ਼ੀਬਿਸ਼ਨ ਨੂੰ ਲੈ ਕੇ ਹੁਣ ਆਰਗੇਨਾਈਜ਼ਰਸ ਵੱਲੋਂ ਵੀ ਕਾਫੀ ਗੱਲਾਂ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਉਮੀਦ ਹੈ ਕਿ ਹੁਣ ਇੱਥੇ ਕਾਫੀ ਜ਼ਿਆਦਾ ਇਕੱਠ ਹੋਏਗਾ। ਪਹਿਲਾਂ ਇਸ ਦੇ ਉੱਪਰ ਵੀ ਪੈਂਡੈਮਿਕ ਦਾ ਅਸਰ ਪਿਆ। ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦੀ ਰੌਣਕ ਹੁਣ ਵਾਪਸ ਆਉਣ ਵਾਲੀ ਹੈ। 2 ਸਾਲ ਦੇ ਬਾਅਦ ਅਜਿਹਾ ਨਜ਼ਰ ਆਏਗਾ ਜਿੱਥੇ ਮੁੜ ਤੋਂ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਦੀ ਰੌਣਕ ਵਾਪਸ ਆਵੇਗੀ। ਆਯੋਜਕਾਂ ਵੱਲੋਂ ਇਸ ਨੂੰ ਲੈ ਕੇ ਨਵੀਂ ਉਮੀਦ ਦਾ ਪ੍ਰਗਟਾਵਾ ਕੀਤਾ ਗਿਆ। ਜੀ ਹਾਂ, 2 ਸਾਲ ਤੱਕ ਕੋਵਿਡ-19 ਕਾਰਨ ਜਿਹੜੀਆਂ ਪਾਬੰਦੀਆਂ ਲਗਾਈਆਂ ਗਈਆਂ, ਉਸ ਕਾਰਨ ਕੈਨੇਡੀਅਨ ਨੈਸ਼ਨਲ ਐਗਜ਼ੀਬਿਸ਼ਨ ਬੰਦ ਕੀਤਾ ਗਿਆ ਸੀ, ਪਰ ਹੁਣ ਅਗਲੇ ਮਹੀਨੇ ਇਸ ਦਾ ਆਯੋਜਨ ਕੀਤਾ ਜਾ ਰਿਹਾ ਹੈ। ਆਰਗੇਨਾਈਜ਼ਰਸ ਦਾ ਕਹਿਣਾ ਹੈ ਕਿ ਇਸ ਸਾਲ ਦੀ ਪ੍ਰਦਰਸ਼ਨੀ ਵਿੱਚ ਕਈ ਨਵੀਆਂ ਗਤੀਵਿਧੀਆਂ ਅਤੇ ਆਕਰਸ਼ਣ ਸ਼ਾਮਲ ਕੀਤੇ ਜਾਣਗੇ। ਨਵੇਂ ਆਕਰਸ਼ਣ ਵਿੱਚ ਰਾਤ ਦਾ ਡਰੋਨ ਸ਼ੋਅ ਅਤੇ ਫੂਡ ਟਰੱਕ ਫੈਸਟੀਵਲ ਸ਼ਾਮਲ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਸੈਲੀਬ੍ਰਿਟੀ ਕਿਚਨ ਸਟੇਜ ਵਰਗੇ ਕਈ ਸਮਾਗਮ ਮੁੜ ਸ਼ੁਰੂ ਕੀਤੇ ਜਾ ਰਹੇ ਨੇ। ਆਖਰੀ ਵਾਰੀ ਇਹ ਸੈਲੀਬ੍ਰਿਟੀ ਕਿਚਨ ਸਟੇਜ 2017 ਵਿੱਚ ਪ੍ਰਦਰਸ਼ਨੀ ਅੰਦਰ ਸ਼ਾਮਲ ਕੀਤਾ ਗਿਆ ਸੀ। ਦੱਸ ਦਈਏ ਕਿ ਇਹ ਸਭ ਤੋਂ ਵੱਡਾ ਅਤੇ ਉੱਤਰੀ ਅਮਰੀਕਾ ਵਿੱਚ 6ਵਾਂ ਸਭ ਤੋਂ ਵੱਡਾ ਮੇਲਾ ਹੈ। ਹਰ ਸਾਲ 1 ਤੋਂ 1.5 ਮਿਲੀਅਨ ਸੈਲਾਨੀ ਇਸ ਪ੍ਰਦਰਸ਼ਨੀ ਵਿੱਚ ਸ਼ਾਮਲ ਹੁੰਦੇ ਨੇ। ਆਰਗੇਨਾਈਜ਼ਰਸ ਮੁਤਾਬਕ 2019 ਵਿੱਚ ਇਸ ਆਯੋਜਨ ਅੰਦਰ 1.4 ਮਿਲੀਅਨ ਦਰਸ਼ਕ ਸ਼ਾਮਲ ਹੋਏ ਸਨ। ਮੁੱਖ ਤੌਰ ਤੇ ਕੈਨੇਡਾ ਦੀ ਖੇਤੀਬਾੜੀ ਅਤੇ ਟੈਕਨੋਲੋਜੀ ਦੇ ਪ੍ਰਚਾਰ ਵਾਸਤੇ ਇਹ ਪ੍ਰਦਰਸ਼ਨੀ 1879 ਵਿੱਚ ਸ਼ੁਰੂ ਕੀਤੀ ਗਈ। ਇਸ ਮੇਲੇ ਵਿੱਚ ਖੇਤੀ ਮਾਹਰ, ਇੰਜੀਨੀਅਰ ਅਤੇ ਵਿਗਿਆਨੀ ਆਪਣਾ ਕੰਮ ਤੇ ਦੇਸ਼ ਦੀ ਪ੍ਰਤਿਭਾ ਨੂੰ ਪ੍ਰਦਰਸ਼ਨ ਕਰਦੇ ਨੇ। ਦੱਸ ਦਈਏ ਕਿ ਟੋਰਾਂਟੋ ਦੇ ਐਗਜ਼ੀਬਿਸ਼ਨ ਪੈਲੇਸ ਵਿੱਚ ਇਹ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਜਾਂਦਾ ਹੈ। ਇਸ ਸਮਾਗਮ ਵਿੱਚ ਨੁਮਾਇਸ਼, ਲਾਈਵ ਮਨੋਰੰਜਨ, ਖੇਤੀਬਾੜੀ ਪ੍ਰਦਰਸ਼ਨੀ, ਸਪੋਰਟਸ, ਕਸੀਨੋ, ਗੇਮਾਂ, ਫੂਡ, ਸ਼ਾਪਿੰਗ ਏਰੀਆ ਅਤੇ ਕਈ ਹੋਰ ਆਕਰਸ਼ਣ ਸ਼ਾਮਲ ਹੁੰਦੇ ਹਨ। ਇਹ ਪ੍ਰਦਰਸ਼ਨੀ 19 ਅਗਸਤ ਤੋਂ ਸ਼ੁਰੂ ਹੋ ਕੇ 5 ਸਤੰਬਰ ਤੱਕ ਜਾਰੀ ਰਹੇਗੀ। ਰਿਪੂ ਦਮਨ ਮਲਿਕ ਦੇ ਕੇਸ ਵਿੱਚ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ, ਜਿੱਥੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜਿਹੜੇ 2 ਜਾਣੇ ਗ੍ਰਿਫਤਾਰ ਕੀਤੇ ਗਏ, ਇਹ ਨੌਨ ਪੰਜਾਬੀ ਹਨ, ਜਿਨ੍ਹਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਇਹਨਾਂ ਉੱਪਰ ਚਾਰजेस ਵੀ ਲਗਾਏ ਗਏ ਨੇ। ਰਿਪੂ ਦਮਨ ਮਲਿਕ ਦੇ ਕਤਲकांड ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜੀ ਹਾਂ, ਰਿਪੂ ਦਮਨ ਸਿੰਘ ਮਲਿਕ ਦੇ ਕਤਲ ਦੇ ਸੰਬੰਧ ਵਿੱਚ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਉਹਨਾਂ ਵੱਲੋਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਉਹਨਾਂ ਉੱਪਰ ਚਾਰजेस ਵੀ ਲਗਾਏ ਗਏ। ਦੱਸ ਦਈਏ ਕਿ ਇਸ ਮਾਮਲੇ ਦੀ ਜਾਂਚ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਵੱਲੋਂ ਕੀਤੀ ਜਾ ਰਹੀ ਸੀ।
ਉਹਨਾਂ ਵੱਲੋਂ ਜਿਹੜੇ 2 ਜਾਣੇ ਹਿਰਾਸਤ ਵਿੱਚ ਲਏ ਗਏ ਉਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਇੱਕ ਦਾ ਨਾਮ ਟੈਨਰ ਫੌਕਸ ਤੇ ਦੂਸਰੇ ਦਾ ਨਾਮ ਜੌਸ ਲੋਪੇਜ਼ ਦੇ ਤੌਰ ਦੇ ਉੱਪਰ ਦੱਸਿਆ ਜਾ ਰਿਹਾ ਹੈ। ਟੈਨਰ ਦੀ ਉਮਰ 21 ਸਾਲ ਤੇ ਲੋਪੇਜ਼ ਦੀ ਉਮਰ 23 ਸਾਲ ਦੇ ਕਰੀਬ ਹੈ, ਜਿਨ੍ਹਾਂ ਉੱਪਰ ਪੁਲਿਸ ਨੇ ਫਰਸਟ ਡਿਗਰੀ ਮਰਡਰ ਚਾਰजेस ਲਗਾਏ ਨੇ। ਇਸ ਤੋਂ ਇਲਾਵਾ ਹੁਣ 3 ਵਜੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਵੇਗੀ, ਜਿਸ ਵਿੱਚ ਮਾਮਲੇ ਦੇ ਸੰਬੰਧ ਵਿੱਚ ਹੋਰ ਵੀ ਜਾਣਕਾਰੀ ਸਾਂਝੀ ਹੋਵੇਗੀ। ਜ਼ਿਕਰਯੋਗ ਹੈ ਕਿ ਰਿਪੂ ਦਮਨ ਸਿੰਘ ਮਲਿਕ ਦਾ ਸਰੀ ਵਿੱਚ ਕਤਲ ਕੀਤਾ ਗਿਆ ਸੀ। ਉਦੋਂ ਤੋਂ ਹੀ ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਇਸ ਮਾਮਲੇ ਦੀ ਪੜਤਾਲ ਕਰ ਰਹੀ ਸੀ ਤੇ ਹੁਣ ਉਹਨਾਂ ਵੱਲੋਂ ਇਸ ਬਾਰੇ ਵੱਡੀ ਅਪਡੇਟ ਸਾਂਝੀ ਕੀਤੀ ਗਈ ਹੈ। ਇਸ ਤੋਂ ਇਲਾਵਾ 3 ਵਜੇ ਪ੍ਰੈਸ ਕਾਨਫਰੰਸ ਕਰਕੇ ਵੀ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਜਾਵੇਗੀ। ਰਿਪੂ ਦਮਨ ਮਲਿਕ ਦੇ ਕਤਲकांड ਦੇ ਸੰਬੰਧ ਵਿੱਚ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਕਈ ਅਪਡੇਟਸ ਉਹਨਾਂ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਜੋ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਰਿਪੂ ਦਮਨ ਸਿੰਘ ਮਲਿਕ ਦੇ ਕਤਲकांड ਦੇ ਸੰਬੰਧ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦਿਆਂ 2 ਜਾਣਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਇਹ ਦੋਨੋਂ ਨੌਨ ਪੰਜਾਬੀ ਹਨ, ਜਿਨ੍ਹਾਂ ਦੀ ਪਹਿਚਾਣ ਜਨਤਕ ਕੀਤੀ ਗਈ। ਰਿਪੂ ਦਮਨ ਸਿੰਘ ਮਲਿਕ ਦੇ ਮਾਮਲੇ ਨਾਲ ਜੁੜੀ ਹੋਈ ਹੁਣ ਤੱਕ ਦੀ ਸਾਰੀ ਅਪਡੇਟ ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਰਾਹੀਂ ਸਾਂਝੀ ਕੀਤੀ ਗਈ। ਉਹਨਾਂ ਦਾ ਕੀ ਕਹਿਣਾ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। I will be providing an update in regards to Mr. Malik's homicide, which occurred on July 14th. In the early morning hours at approximately 9:27 a.m., Mr. Malik was shot and killed in front of his business at the Pyle Business Center in Surrey. Subsequently, I had took conduct of this investigation, and with the public's assistance, we were able to identify and locate a suspect vehicle which fled from the scene. That suspect vehicle was a white Honda CR-V. Through conventional investigative techniques and amazing police work, we were able to identify and arrest 2 suspects in relation to this homicide. Those 2 suspects being 21-year-old Tanner Fox and 23-year-old Jose Lopez, both from the Lower Mainland. Both of these individuals are known to police. Subsequently, we consulted with Crown Counsel and we were able to obtain charge approval for first-degree murder in relation to Mr. Malik's homicide. I would like to take this opportunity to thank all of our support units that assisted us in this investigation. For the past 13 days, specifically, Surrey Detachment Resources have been with us, supporting us along the way on this investigation. I want to start by thanking our community. I want to thank the residents of Surrey. And thank you for your trust and your patience and your assistance in solving this matter. It's with the involvement of the public at all stages of investigations is how we solve crime. I must also mention the dedicated group of officers who leaned in, working around the clock to resolve this matter. As a former officer in charge of the Lower Mainland integrated teams, I have to tell you how this works. Those teams are the best that we have in investigations. They're the absolute best. They come into the detachment and they work seamlessly with our teams. And it's through that collaboration that this matter was resolved. It's absolutely essential in solving crime in our communities. We've seen that here in Surrey, we've seen it in Langley, we've seen it in Chilliwack, and we've seen it in Whistler over the last 2 weeks. I can't thank these members enough for their experience, dedication, and expertise. Finally, I want to go back to this community. Your trust in the police tells me that you support us in getting this done. Cooperation of witnesses is essential. ਮੌਂਕੀਪੌਕਸ ਵਾਇਰਸ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਹੈਲਥ ਆਫੀਸ਼ੀਅਲਸ ਵੱਲੋਂ ਮੌਜੂਦਾ ਸਥਿਤੀ ਦੇ ਬਾਰੇ ਦੱਸਿਆ ਗਿਆ। ਹੁਣ ਤੱਕ ਕਿੰਨੇ ਮਾਮਲੇ ਇਸ ਵਾਇਰਸ ਦੇ ਸਾਹਮਣੇ ਆ ਚੁੱਕੇ ਨੇ ਤੇ ਇਸ ਉੱਪਰ ਕਾਬੂ ਪਾਉਣ ਦੀਆਂ ਕੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ, ਇਹ ਡਾਕਟਰ ਟੇਮ ਵੱਲੋਂ ਵੀ ਦੱਸੀਆਂ ਗਈਆਂ। ਕੈਨੇਡਾ ਵਿੱਚ ਮੌਂਕੀਪੌਕਸ ਵਾਇਰਸ ਦੀ ਇਸ ਸਮੇਂ ਕੀ ਸਥਿਤੀ ਬਣੀ ਹੋਈ ਹੈ, ਇਸ ਬਾਰੇ ਹੈਲਥ ਆਫੀਸ਼ੀਅਲਸ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਉਹਨਾਂ ਵੱਲੋਂ ਇਸ ਵਾਇਰਸ ਦੇ ਆંકੜਿਆਂ ਦੇ ਨਾਲ ਵੀ ਜਾਣੂ ਕਰਵਾਇਆ ਗਿਆ।
ਕੈਨੇਡਾ ਵੱਲੋਂ ਇਸ ਵਾਇਰਸ ਖਿਲਾਫ ਕਿਹੜੇ ਕਦਮ ਚੁੱਕੇ ਜਾ ਰਹੇ ਨੇ, ਇਸ ਗੱਲ ਦਾ ਜ਼ਿਕਰ ਕਰਦੇ ਹੋਏ ਵੀ ਉਹ ਦਿਖਾਈ ਦਿੱਤੇ। ਡਾਕਟਰ ਟੀਮ ਵੱਲੋਂ ਵੀ ਇਸ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ। On July the 23rd, following the second meeting of the International Health Regulations Emergency Committee to assess the ongoing monkeypox outbreak, Dr. Tedros, Director General of the WHO, or World Health Organization, issued a statement declaring that the multi-country outbreak of monkeypox represents a public health emergency of international concern. Our understanding of this virus is still evolving, and this declaration makes clear that the situation requires an urgent global response. Globally, as of July the 25th, over 16,000 confirmed cases of monkeypox have been reported from 75 countries and territories and areas across all 6 designated regions of the WHO. This represents a 48% increase in global cases during the latest reporting week as compared to the previous week. In Canada, as of July the 26th, a total of 745 confirmed cases of monkeypox have been reported nationally, including 346 cases in Quebec, 326 in Ontario, 58 in British Columbia, 12 in Alberta, 2 in Saskatchewan, and 1 in the Yukon. Among cases for whom additional information is available, over 99% are male, and the median age was 36 years. ਪਾਣੀ ਵਿੱਚ ਡੁੱਬਣ ਕਾਰਨ ਇੱਕ ਭਾਰਤੀ ਮੂਲ ਦੇ ਵਿਅਕਤੀ ਦੀ ਮੌਤ ਹੋ ਗਈ, ਜੋ ਕਿ ਪਰਿਵਾਰ ਸਮੇਤ ਕੈਨੇਡਾ ਵਿੱਚ ਗਿਆ ਸੀ। ਹੁਣ ਇਸ ਦੀ ਮੌਤ ਹੋਣ ਤੋਂ ਬਾਅਦ ਇਸ ਦੀ ਪਹਿਚਾਣ ਵੀ ਪੁਲਿਸ ਵੱਲੋਂ ਜਨਤਕ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਪਿੱਛੇ ਉਸ ਦੀ ਇੱਕ ਬੱਚੀ ਅਤੇ ਉਸ ਦੀ ਪਤਨੀ ਰਹਿ ਗਈ ਹੈ ਤੇ ਪਰਿਵਾਰਕ ਮੈਂਬਰਾਂ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਕੈਨੇਡਾ ਤੋਂ ਇੱਕ ਬੁਰੀ ਖਬਰ ਸਾਹਮਣੇ ਆਈ ਹੈ, ਜਿੱਥੇ ਭਾਰਤੀ ਮੂਲ ਦੇ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਹ ਮਾਮਲਾ ਐਲਬਰਟਾ ਨਾਲ ਜੁੜਿਆ ਹੋਇਆ ਹੈ। ਜੀ ਹਾਂ, ਕੈਨੇਡਾ ਦੇ ਸੂਬੇ ਐਲਬਰਟਾ ਦੇ ਐਡਮਿੰਟਨ ਸ਼ਹਿਰ ਵਿਖੇ ਭਾਰਤੀ ਮੂਲ ਦੇ ਇੱਕ ਵਿਅਕਤੀ ਦੀ ਪਾਣੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਇਸ ਭਾਰਤੀ ਮੂਲ ਦੇ ਵਿਅਕਤੀ ਦਾ ਨਾਮ ਸਚਿਨ ਕਦਮ ਦੇ ਤੌਰ ਤੇ ਦੱਸਿਆ ਗਿਆ ਤੇ ਉਮਰ 42 ਸਾਲ ਦੇ ਕਰੀਬ ਹੈ, ਜਿਸ ਦੀ ਪਾਣੀ ਵਿੱਚ ਡੁੱਬਣ ਕਾਰਨ ਜਾਨ ਚਲੀ ਗਈ। ਦੱਸ ਦਈਏ ਕਿ 42 ਸਾਲਾ ਸਚਿਨ ਬਤੌਰ ਵੈਲਡਰ ਕੰਮ ਕਰਦਾ ਸੀ ਤੇ ਆਪਣੇ ਪਰਿਵਾਰ ਸਮੇਤ 2014 ਵਿੱਚ ਉਹ ਭਾਰਤ ਤੋਂ ਕੈਨੇਡਾ ਆਇਆ। ਆਈਲੈਂਡ ਲੇਕ ਵਿਖੇ ਪੈਡਲ ਬੋਟਿੰਗ ਕਰਦੇ ਸਚਿਨ ਡੁੱਬ ਗਿਆ, ਜਿਸ ਕਾਰਨ ਉਸ ਦੀ ਜਾਨ ਚਲੀ ਗਈ। ਸਚਿਨ ਦੇ ਪਿੱਛੇ ਉਸ ਦੀ ਇੱਕ ਬੇਟੀ ਅਤੇ ਘਰਵਾਲੀ ਰਹਿ ਗਈ ਹੈ। ਸਚਿਨ ਦੇ ਪਰਿਵਾਰਕ ਮੈਂਬਰ ਅਤੇ ਦੋਸਤ ਉਸ ਬਾਰੇ ਗੱਲਬਾਤ ਕਰਦੇ ਹੋਏ ਦਿਖਾਈ ਦਿੱਤੇ, ਜਿੱਥੇ ਉਹਨਾਂ ਦੱਸਿਆ ਕਿ ਉਹ ਇੱਕ ਵਧੀਆ ਤੈਰਾਕ ਅਤੇ ਮਿਲਣਸਾਰ ਇਨਸਾਨ ਸੀ। ਦੱਸਣਯੋਗ ਹੈ ਕਿ ਹਰ ਸਾਲ ਕੈਨੇਡਾ ਵਿੱਚ ਕਈ ਲੋਕ ਪਾਣੀ ਵਿੱਚ ਡੁੱਬਣ ਕਾਰਨ ਆਪਣੀ ਜਾਨ ਗਵਾ ਲੈਂਦੇ ਨੇ। ਇਸ ਦੇ ਚੱਲਦਿਆਂ ਲੋਕਾਂ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਪਾਣੀ ਵਿੱਚ ਜਾਣ ਤੋਂ ਪਰਹੇਜ਼ ਕਰਨ, ਖਾਸ ਕਰ ਜਦੋਂ ਕੋਈ ਪਾਣੀ ਅਣਜਾਣ ਹੋਵੇ। ਕਈ ਵਾਹਨਾਂ ਵਿੱਚ ਟੱਕਰ ਹੋਈ ਹੈ, ਜਿਸ ਤੋਂ ਬਾਅਦ 2 ਜਾਣਿਆਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਦੱਸਿਆ ਗਿਆ ਕਿ ਹਾਦਸੇ ਵਿੱਚ 3 ਜਾਣੇ ਜ਼ਖਮੀ ਹੋਏ ਸਨ। 3 ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। 2 ਦੀ ਹਾਲਤ ਗੰਭੀਰ ਬਣੀ ਹੋਈ ਸੀ, ਜਿਨ੍ਹਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਬਨਵੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿੱਥੇ ਹਾਦਸੇ ਵਿੱਚ 2 ਵਿਅਕਤੀਆਂ ਦੀ ਮੌਤ ਹੋ ਗਈ। ਪੁਲਿਸ ਵੱਲੋਂ ਇਸ ਸਾਰੇ ਮਾਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਕੁਝ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ, ਜਿਸ ਕਾਰਨ 2 ਲੋਕਾਂ ਦੀ ਜਾਨ ਚਲੀ ਗਈ। ਆਫੀਸਰਸ ਦਾ ਕਹਿਣਾ ਹੈ ਕਿ 11 ਵਜੇ ਦੇ ਕਰੀਬ ਨਿਊ ਵੈਸਟਮਿੰਸਟਰ ਵਿੱਚ ਉਹਨਾਂ ਵੱਲੋਂ ਕਾਰ ਰੁਕਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਪਰ ਇਹ ਕਾਰ ਕਾਫੀ ਜ਼ਿਆਦਾ ਤੇਜ਼ ਚਲਾਈ ਜਾ ਰਹੀ ਸੀ, ਜਿਸ ਤੋਂ ਬਾਅਦ ਇੱਕ ਹਾਦਸਾ ਵਾਪਰ ਗਿਆ। ਬ੍ਰਿਟਿਸ਼ ਕੋਲੰਬੀਆ ਐਮਰਜੈਂਸੀ ਹੈਲਥ ਸਰਵਿਸਿਜ਼ ਵੱਲੋਂ ਦੱਸਿਆ ਗਿਆ ਕਿ ਇੱਥੇ ਜਿਹੜੇ ਕੁਝ ਵਾਹਨ ਹਾਦਸੇ ਦਾ ਸ਼ਿਕਾਰ ਹੋਏ ਨੇ, ਉਸ ਤੋਂ ਬਾਅਦ ਘਟਨਾ ਵਾਲੀ ਥਾਂ ਤੇ 7 ਐਂਬੂਲੈਂਸ ਅਤੇ ਸੁਪਰਵਾਈਜ਼ਰ ਪਹੁੰਚੇ, ਜਿਨ੍ਹਾਂ ਨੇ ਜ਼ਖਮੀ ਹਾਲਤ ਵਿੱਚ 3 ਜਾਣਿਆਂ ਨੂੰ ਹਸਪਤਾਲ ਅੰਦਰ ਭਰਤੀ ਕਰਵਾਇਆ। ਇਹਨਾਂ ਵਿੱਚੋਂ 2 ਦੀ ਹਾਲਤ ਗੰਭੀਰ ਬਣੀ ਹੋਈ ਸੀ। 2 ਜਾਣਿਆਂ ਨੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਵਾਹਨ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲਿਆ ਗਿਆ, ਜਿਨ੍ਹਾਂ ਉੱਪਰ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਚਾਰਜਸ ਵੀ ਲਗਾਏ ਗਏ ਨੇ। ਪੁਲਿਸ ਇਸ ਮਾਮਲੇ ਦੀ ਵਧੇਰੇ ਜਾਂਚ ਪੜਤਾਲ ਕਰ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੂੰ ਵੀ ਇਸ ਬਾਰੇ ਬਹੁਤੀ ਜਾਣਕਾਰੀ ਹੋਵੇ
ਤਾਂ ਪੁਲਿਸ ਨਾਲ 6045158300 ਤੇ ਕਾਲ ਕਰਕੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਗਰਮੀ ਨੇ ਕਾਫੀ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ। ਪਿਛਲੇ ਕਈ ਰਿਕਾਰਡ ਬ੍ਰਿਟਿਸ਼ ਕੋਲੰਬੀਆ ਦੀ ਇਸ ਗਰਮੀ ਨੇ ਤੋੜੇ ਨੇ। ਅਲੱਗ-ਅਲੱਗ ਥਾਵਾਂ ਦੇ ਉੱਪਰ ਕਾਫੀ ਜ਼ਿਆਦਾ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ, ਜਿਸ ਬਾਰੇ ਇਨਵਾਇਰਨਮੈਂਟ ਕੈਨੇਡਾ ਲਗਾਤਾਰ ਜਾਣਕਾਰੀ ਸਾਂਝੀ ਕਰਦਾ ਹੋਇਆ ਦਿਖਾਈ ਦੇ ਰਿਹਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਗਰਮੀ ਪੈ ਰਹੀ ਹੈ, ਜਿਸ ਨੇ ਪਿਛਲੇ ਕਈ ਰਿਕਾਰਡ ਤੋੜ ਦਿੱਤੇ ਨੇ। ਜਾਣਕਾਰੀ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੌਜੂਦਾ ਸਮੇਂ ਜੋ ਤਾਪਮਾਨ ਦਰਜ ਕੀਤਾ ਜਾ ਰਿਹਾ ਉਸਨੇ 14 ਤਾਪਮਾਨ ਦੇ ਰਿਕਾਰਡ ਤੋੜ ਦਿੱਤੇ। ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਵਿੱਚ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਦੱਸਿਆ ਗਿਆ ਕਿ ਮੌਜੂਦਾ ਸਮੇਂ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਪਤਾ ਚੱਲਦਾ ਹੈ ਕਿ ਪਿਛਲੇ 14 ਰਿਕਾਰਡ ਟੁੱਟ ਚੁੱਕੇ ਨੇ। ਐਬਸਫੋਰਡ ਵਿੱਚ ਵੀ ਪਿਛਲਾ ਤਾਪਮਾਨ ਦਾ ਰਿਕਾਰਡ ਟੁੱਟ ਗਿਆ, ਜੋ ਕਿ 33.6 ਡਿਗਰੀ ਸੈਲਸੀਅਸ ਦਾ ਸੀ। ਇਹ ਤਾਪਮਾਨ ਇੱਥੇ 1998 ਦੌਰਾਨ ਦਰਜ ਕੀਤਾ ਗਿਆ, ਪਰ ਹੁਣ ਇੱਥੇ ਤਾਪਮਾਨ 35.4 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੇ ਬਾਰੇ ਦੱਸਿਆ ਜਾ ਰਿਹਾ ਹੈ। ਵਿਕਟੋਰੀਆ ਵਿੱਚ ਵੀ ਤਾਪਮਾਨ ਦੇ ਸਾਰੇ ਰਿਕਾਰਡ ਟੁੱਟੇ ਨੇ। 2019 ਦੌਰਾਨ ਇੱਥੇ ਤਾਪਮਾਨ 30.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਹੁਣ 31.5 ਡਿਗਰੀ ਸੈਲਸੀਅਸ ਤੇ ਪਹੁੰਚ ਗਿਆ। ਬੈਲਾ ਏਰੀਆ ਵਿੱਚ 2009 ਦੌਰਾਨ ਤਾਪਮਾਨ 27.3 ਦਰਜ ਕੀਤਾ ਗਿਆ, ਜੋ ਕਿ ਹੁਣ 33.6 ਉੱਪਰ ਪਹੁੰਚ ਗਿਆ। ਕੈਚ ਕ੍ਰੀਕ ਏਰੀਆ ਵਿੱਚ ਵੀ ਪਿਛਲਾ ਰਿਕਾਰਡ ਟੁੱਟਾ ਹੈ। ਹੋਪ ਏਰੀਆ ਵਿੱਚ ਹੁਣ ਤਾਪਮਾਨ 37.9 ਦਰਜ ਕੀਤਾ ਗਿਆ। ਪ੍ਰਿੰਸ ਰੂਪਰਟ ਏਰੀਆ ਵਿੱਚ 25.8 ਦਰਜ ਕੀਤਾ ਗਿਆ। ਵਾਈਟ ਰੌਕ ਏਰੀਆ ਵਿੱਚ ਤਾਪਮਾਨ ਨੇ ਇੱਕ ਨਵਾਂ ਰਿਕਾਰਡ ਬਣਾਇਆ, ਜੋ ਕਿ 31 ਡਿਗਰੀ ਸੈਲਸੀਅਸ ਦਾ ਸੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ ਕੋਲੰਬੀਆ ਦੇ ਕਈ ਹਿੱਸਿਆਂ ਵਾਸਤੇ ਹੀਟ ਵਾਰਨਿੰਗ ਜਾਰੀ ਕੀਤੀ ਗਈ ਹੈ, ਜੋ ਕਿ ਇਸ ਹਫ਼ਤੇ ਬਰਕਰਾਰ ਰਹਿਣ ਵਾਲੀ ਹੈ। ਇਨਵਾਇਰਨਮੈਂਟ ਕੈਨੇਡਾ ਵੱਲੋਂ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਆਮ ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਠੰਡੀਆਂ ਥਾਵਾਂ ਤੇ ਰਹਿਣ ਤੇ ਬਾਰ-ਬਾਰ ਪਾਣੀ ਪੀਂਦੇ ਰਹਿਣ। ਇਨਵਾਇਰਨਮੈਂਟ ਕੈਨੇਡਾ ਦੇ ਦੱਸਣ ਮੁਤਾਬਕ ਮੈਟਰੋ ਵੈਨਕੂਵਰ ਦੇ ਕੁਝ ਹਿੱਸਿਆਂ ਵਿੱਚ ਤਾਪਮਾਨ 38 ਡਿਗਰੀ ਸੈਲਸੀਅਸ ਤੱਕ ਪਹੁੰਚ ਸਕਦਾ ਹੈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਸੁਪਰ ਵੀਜ਼ਾ ਦੀਆਂ ਨਵੀਆਂ ਸ਼ਰਤਾਂ ਹੋਈਆਂ ਜਾਰੀ। ਆਮਦਨ ਸ਼ਰਤਾਂ ਬਾਰੇ ਆਈ ਜਾਣਕਾਰੀ। ਬਜ਼ੁਰਗਾਂ ਦੀ ਪੈਨਸ਼ਨ ਵਿੱਚ 10% ਦਾ ਵਾਧਾ, ਹੁਣ ਜਾਣੋ ਮਿਲੇਗੀ ਕਿੰਨੀ ਪੈਨਸ਼ਨ। ਪੰਜਾਬੀ MP ਦੇ ਟ੍ਰਾਇਲ ਵਿੱਚ ਵਾਧਾ, ਜੂਏ ਦੀ ਲੱਤ ਕਾਰਨ ਦਿੱਤਾ ਸੀ ਅਸਤੀਫਾ। ਇਮੀਗ੍ਰੇਸ਼ਨ ਡਰਾਅ ਬਾਰੇ ਆਈ ਜਾਣਕਾਰੀ, ਜਾਣੋ ਕਿੰਨਿਆਂ ਨੂੰ ਮਿਲਿਆ ਪੱਕੇ ਹੋਣ ਦਾ ਮੌਕਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ, ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।